ਪੰਜਾ ਸਾਹਿਬ ਦੇ ਸ਼ਹੀਦ 1922 ਈਸਵੀ ਵਿੱਚ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਇੱਕ ਮਹਾਨ ਘਟਨਾ ਵਾਪਰੀ, ਜਦੋਂ ਕਿ ਸ਼੍ਰੀ ਪੰਜਾ ਸਾਹਿਬ ਦੇ ਅਸਥਾਨ 'ਤੇ ਸਿੰਘਾਂ ਨੇ ਆਪਣੀਆਂ ਜਵਾਨੀਆਂ ਭੇਟ ਕਰਕੇ ਉਹ ਰੇਲ ਗੱਡੀ ਰੋਕੀ ਜੋ ਕਿ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਗ੍ਰਿਫਤਾਰ ਹੋਏ ਸਿੰਘਾਂ ਨੂੰ ਅਟਕ ਤੇ ਕੈਮਲਪੁਰ ਦੀਆਂ ਜੇਲ੍ਹਾਂ ਵੱਲ ਲਿਜਾ ਰਹੀ ਸੀ। ਗੱਡੀ ਦੇ ਅੱਗੇ ਸਿੱਖ ਸੰਗਤਾਂ ਲੇਟ ਗਈਆਂ ਤੇ ਦੋ ਸਿੰਘ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਗੱਡੀ ਥੱਲੇ ਆ ਕੇ ਸ਼ਹੀਦ ਹੋ ਗਏ। ਅਸੀਂ ਸ਼ਹੀਦ ਪ੍ਰਤਾਪ ਸਿੰਘ ਦੀ ਸੁਪਤਨੀ ਬੀਬੀ ਹਰਨਾਮ ਕੌਰ, ਜੋ ਅੱਜ ਕੱਲ੍ਹ ਜਲੰਧਰ ਵਿੱਚ ਰਹਿੰਦੇ ਹਨ, ਨਾਲ ਇੱਕ ਵਿਸ਼ੇਸ਼ ਇੰਟਰਵਿਊ ਕੀਤਾ ਤੇ ਗੱਡੀ ਰੋਕਣ ਦੀ ਘਟਨਾ ਦੇ ਅੱਖੀਂ ਦੇਖੇ ਹਾਲਾਤ ਸੁਣੇ। ਬੀਬੀ ਹਰਨਾਮ ਕੌਰ ਵੀ ਉਸ ਸਮੇਂ ਰੇਲ ਦੀ ਪਟੜੀ 'ਤੇ ਬੈਠਣ ਵਾਲਿਆਂ ਵਿੱਚ ਸੀ। ਉਹਨਾਂ ਜੋ ਜਾਣਕਾਰੀ ਦਿੱਤੀ ਉਹ ਇਸ ਪ੍ਰਕਾਰ ਹੈ। ਇਹ ਸਾਰਾ ਇਤਿਹਾਸਕ ਸਾਕਾ ਪ੍ਰੇਸ਼ਨਾਂ ਉੱਤਰਾਂ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ। ਸਵਾਲ: ਮਾਤਾ ਜੀ, ਤੁਸੀਂ ਸ਼੍ਰੀ ਪੰਜਾ ਸਾਹਿਬ ਗੱਡੀ ਰੋਕਣ ਵਾਲੀ ਘਟਨਾ ਬਾਰੇ ਕੁਝ ਦੱਸ ਸਕਦੇ ਹੋ? ਮੈਂ ਉਸ ਬਾਰੇ ਕੁਝ ਜਾਣਕਾਰੀ ਲੈਣ ਆਇਆ ਹਾਂ। ਜਵਾਬ: ਦੱਸ ਕਿਉਂ ਨਹੀਂ ਸਕਦੀ, ਮੈਨੂੰ ਸਾਰੀ ਗੱਲ ਕੱਲ੍ਹ ਦੀ ਤਰ੍ਹਾਂ ਯਾਦ ਹੈ। ਮੈਂ ਤਾਂ ਆਪ ਉਹਨਾਂ ਲੋਕਾਂ ਵਿੱਚ ਸ਼ਾਮਲ ਸਾਂ ਜਿਨ੍ਹਾਂ ਨੇ ਗੱਡੀ ਰੋਕਣ ਲਈ ਲਾਈਨ 'ਤੇ ਡੇਰੇ ਲਾਏ ਸਨ। ਮੈਂ ਆਪਣੇ ਸ਼ਹੀਦ ਪਤੀ ਤੋਂ ਕੁਝ ਕੁ ਬੰਦੇ ਛੱਡ ਕੇ ਪਿੱਛੇ ਬੈਠੀ ਸਾਂ। ਇਸ ਬਾਰੇ ਮੈਂ ਪਿਛਲੇ ਕਈ ਸਾਲਾਂ ਤੋਂ ਅਸਲ ਹਾਲਾਤ ਦੱਸਣਾ ਚਾਹੁੰਦੀ ਸਾਂ, ਪਰ ਕਿਸੇ ਨੇ ਸੁਣ ਕੇ ਲਿਖਣ ਦੀ ਖੇਚਲ ਨਹੀਂ ਕੀਤੀ। ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਤੁਸੀਂ ਇਸ ਘਟਨਾ ਦਾ ਵਿਸਤਾਰ ਸੁਣਨ ਲਈ ਉਚੇਚੇ ਆਏ ਹੋ। ਸਵਾਲ: ਘਟਨਾ ਕਿਵੇਂ ਵਾਪਰੀ ਸੀ? ਵਿਸਤਾਰ ਨਾਲ ਮੈਨੂੰ ਦੱਸੋ, ਇਉਂ ਸਮਝੋ ਕਿ ਮੈਨੂੰ ਪਹਿਲਾਂ ਕੁਝ ਵੀ ਨਹੀਂ ਪਤਾ। ਜਵਾਬ: ਗੁਰੂ ਕੇ ਬਾਗ ਦੇ ਮੋਰਚੇ ਸਮੇਂ ਦੀ ਗੱਲ ਹੈ। ਸਿੰਘਾਂ ਨੂੰ ਗ੍ਰਿਫਤਾਰ ਕਰਕੇ ਗੱਡੀਆਂ ਭਰ ਕੇ ਕੈਮਲਪੁਰ ਤੇ ਅਟਕ ਦੀਆਂ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਸੀ। ਸ਼੍ਰੀ ਪੰਜਾ ਸਾਹਿਬ ਤੋਂ ਦੋ ਗੱਡੀਆਂ ਲੰਘ ਗਈਆਂ। ਮੇਰੇ ਸ਼ਹੀਦ ਪਤੀ ਨੇ ਸਟੇਸ਼ਨ ਮਾਸਟਰ ਨੂੰ, ਜੋ ਇੱਕ ਹਿੰਦੂ ਪਰ ਬੜਾ ਚੰਗਾ ਆਦਮੀ ਸੀ, ਕਹਿਆ ਕਿ ਤੁਸੀਂ ਸਾਨੂੰ ਪਤਾ ਕਿਉਂ ਨਹੀਂ ਦਿੰਦੇ? ਜਦ ਗੱਡੀ ਨੇ ਲੰਘਣਾ ਹੁੰਦਾ ਹੈ, ਅਸੀਂ ਆਪਣੇ ਵੀਰਾਂ ਦੀ ਕੁਝ ਸੇਵਾ ਕੀਤਾ ਕਰੀਏ। ਉਦੋਂ ਮੇਰੇ ਪਤੀ ਸ਼੍ਰੀ ਪੰਜਾ ਸਾਹਿਬ ਦੇ ਗੁਰਦੁਆਰੇ ਵਿੱਚ ਪ੍ਰਬੰਧਕ ਸਨ, ਪਹਿਲਾਂ ਸੈਕਟਰੀ ਮੈਨੇਜਰ ਤੇ ਉਸ ਸਮੇਂ ਖਜ਼ਾਨਚੀ ਸਨ। ਇੱਕ ਦਿਨ ਸਟੇਸ਼ਨ ਮਾਸਟਰ ਨੇ ਇਤਲਾਹ ਦਿੱਤੀ ਕਿ ਸਵੇਰੇ 8 ਵਜੇ ਨਾਲ ਅਕਾਲੀ ਕੈਦੀਆਂ ਦੀ ਗੱਡੀ ਆ ਰਹੀ ਹੈ। ਇੱਧਰ ਇਤਲਾਹ ਮਿਲਦੇ ਸਾਰ ਹੀ ਸੰਗਤਾਂ ਨੇ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਸਵੇਰੇ ਦੀਵਾਨ ਦੀ ਸਮਾਪਤੀ ਤੇ ਅਰਦਾਸਾ ਕੀਤਾ ਗਿਆ ਕਿ ਸੱਚੇ ਪਾਤਸ਼ਾਹ, ਅਸੀਂ ਗੁਰਸਿੱਖਾਂ ਲਈ ਪ੍ਰਸ਼ਾਦ ਤਿਆਰ ਕਰਕੇ ਲੈ ਜਾ ਰਹੇ ਹਾਂ। ਸਾਡੀ ਮੁਰਾਦ ਪੂਰੀ ਕਰੀ ਤੇ ਅਸੀਂ ਪ੍ਰਸ਼ਾਦ ਛਕਾ ਕੇ ਵਾਪਸ ਮੁੜੀਏ। ਜਦ ਸਟੇਸ਼ਨ 'ਤੇ ਪਹੁੰਚੇ ਤਾਂ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਪਿੱਛੋਂ ਇਤਲਾਹ ਆ ਗਈ ਹੈ ਕਿ ਗੱਡੀ ਇੱਥੇ ਖੜੀ ਨਹੀਂ ਹੋਵੇਗੀ ਤੇ ਸਿੱਧੀ ਅੱਗੇ ਲੰਘ ਜਾਏਗੀ। ਸੰਗਤਾਂ ਵਿੱਚ ਇਸ ਸਮੇਂ ਗਮ ਤੇ ਗੁੱਸੇ ਦੀ ਲਹਿਰ ਫੈਲ ਗਈ ਤੇ ਉਹਨਾਂ ਨੇ ਇਕੱਠ ਕਰਕੇ ਫੈਸਲਾ ਕੀਤਾ ਕਿ ਅਸੀਂ ਹਰ ਕੀਮਤ 'ਤੇ ਲੰਗਰ ਛਕਾਉਣਾ ਹੈ ਤੇ ਗੱਡੀ ਨੂੰ ਅੱਗੇ ਨਹੀਂ ਜਾਣ ਦਿਆਂਗੇ। ਇਸ ਫੈਸਲੇ ਨਾਲ ਪਹਿਲਾਂ ਪੈਦਾ ਹੋਈ ਨਿਰਾਸ਼ਤਾ ਇੱਕਦਮ ਜੋਸ਼ ਵਿੱਚ ਬਦਲ ਗਈ। ਸਵਾਲ: ਸੰਗਤਾਂ ਦੀ ਉਸ ਸਮੇਂ ਕਿਤਨੀ ਕੁ ਗਿਣਤੀ ਸੀ? ਜਵਾਬ: ਹੋਵੇਗੀ 300 ਦੇ ਲਗਭਗ। ਫਿਰ ਕੀ ਹੋਇਆ? ਜਦ ਗੱਡੀ ਆਈ ਤਾਂ ਸਾਰੀਆਂ ਸੰਗਤਾਂ ਲੈਣ ਤੋਂ ਗੋਠ ਮਾਰ ਕੇ ਬੈਠ ਗਈਆਂ ਤੇ ਪਾਠ ਸ਼ੁਰੂ ਕਰ ਦਿੱਤਾ। ਕੁਝ ਬੰਦੇ ਅੱਗੇ ਸਿਗਨਲ ਤੱਕ ਜਾ ਬੈਠੇ। ਸਵਾਲ: ਕੋਈ ਨੱਸਿਆ ਜਾਂ ਪਿੱਛੇ ਹਟਿਆ? ਜਵਾਬ: ਸਵਾਲ ਹੀ ਪੈਦਾ ਨਹੀਂ ਹੁੰਦਾ। ਸਭ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਸੀ। ਉਸ ਸਮੇਂ ਉੱਥੇ ਹਾਜ਼ਰ ਕਿਸੇ ਨੂੰ ਮੌਤ ਦਾ ਭੈ ਨਹੀਂ ਸੀ। ਜੋ ਛਿੱਲੀਆਂ ਤਕਰੀਰਾਂ ਨੇ ਸਭ ਨੂੰ ਮਰਨ ਲਈ ਤਿਆਰ ਕੀਤਾ ਹੋਇਆ ਸੀ। ਸਵਾਲ: ਅੱਗੋਂ ਕੀ ਵਾਪਰਿਆ? ਜਵਾਬ: ਗੱਡੀ ਆਈ, ਡਰਾਈਵਰ ਨੇ ਸੀਟੀ ਮਾਰੀ ਪਰ ਕੋਈ ਨਾ ਉੱਠਿਆ। ਸਭ ਤੋਂ ਅੱਗੇ ਮੇਰੇ ਸ਼ਹੀਦ ਪਤੀ ਤੇ ਉਹਨਾਂ ਦੇ ਨਾਲ ਭਾਈ ਕਰਮ ਸਿੰਘ ਬੈਠੇ ਸਨ। ਉਹਨਾਂ ਦੇ ਉੱਤੋਂ ਗੱਡੀ ਲੰਘ ਗਈ ਤੇ ਕੁਝ ਜ਼ਖਮੀ ਹੋਏ, ਜਿਨ੍ਹਾਂ ਨੂੰ ਇੰਜਨ ਦੇ ਛੱਜੇ ਨੇ ਚੁੱਕ ਕੇ ਪਰੇ ਸੁੱਟ ਦਿੱਤਾ। ਮੇਰੇ ਪਤੀ ਸਰਦਾਰ ਕਰਮ ਸਿੰਘ ਤਾਂ ਸ਼ਹੀਦ ਹੋ ਗਏ,
ਪਰ ਬਾਕੀ ਦੇ 6 ਜੋ ਗੱਡੀ ਥੱਲੇ ਆਏ ਸਨ ਉਹਨਾਂ ਦੀਆਂ ਜਾਨਾਂ ਬਚ ਗਈਆਂ। ਕੇਵਲ ਲੱਤਾਂ ਬਾਹਾਂ ਕੱਟੀਆਂ ਗਈਆਂ। ਮੈਨੂੰ ਵੀ ਇਸ ਸਮੇਂ ਸੱਟਾਂ ਲੱਗੀਆਂ ਤੇ ਮੈਂ ਕਈ ਮਹੀਨੇ ਇਲਾਜ ਕਰਵਾਉਂਦੀ ਰਹੀ। ਸਵਾਲ, ਉਹਨਾਂ ਦੀ ਸ਼ਹੀਦੀ ਮੌਕੇ ਤੇ ਹੋ ਗਈ ਸੀ ਕਿ ਪਿੱਛੋਂ? ਸਾਰਾ ਕੁਝ ਦੱਸੋ। ਜਵਾਬ, ਸ਼ਹੀਦੀ ਮੌਕੇ ਤੇ ਨਹੀਂ ਹੋਈ। ਜਦ ਗੱਡੀ ਰੁਕ ਗਈ ਤਾਂ ਲੋਕੀ ਭੱਜ ਕੇ ਗੱਡੀ ਥੱਲੇ ਆਏ ਸਿੰਘਾਂ ਦੀ ਖਬਰ ਲੈਣ ਗਏ। ਮੇਰੇ ਸ਼ਹੀਦ ਪਤੀ ਨੇ, ਜੋ ਸਖਤ ਜ਼ਖਮੀ ਹਾਲਤ ਵਿੱਚ ਪਏ ਸਨ, ਕਿਹਾ ਕਿ ਪਹਿਲਾਂ ਗੁਰਸਿੱਖਾਂ ਨੂੰ ਪ੍ਰਸ਼ਾਦ ਛਕਾਓ, ਫਿਰ ਸਾਡੀ ਸੁਰਤ ਲੈਣੀ। ਜੇ ਸਾਨੂੰ ਗੱਡੀ ਹੇਠੋਂ ਕੱਢ ਲਿਆ ਤਾਂ ਡਰਾਈਵਰ ਗੱਡੀ ਭਜਾ ਕੇ ਲੈ ਜਾਏਗਾ। ਇਸੇ ਤਰ੍ਹਾਂ ਕੀਤਾ ਗਿਆ। ਗੱਡੀ ਵਿੱਚ ਜਾ ਰਹੇ ਕੈਦੀ ਸਿੰਘਾਂ ਨੂੰ ਪ੍ਰਸ਼ਾਦ ਛਕਾ ਕੇ ਫਿਰ ਉਹਨਾਂ ਨੂੰ ਕੱਢਿਆ ਗਿਆ। ਸ਼ਹੀਦ ਭਾਈ ਕਰਮ ਸਿੰਘ ਤਾਂ ਕੁਝ ਘੰਟੇ ਪਿੱਛੋਂ ਹੀ ਪ੍ਰਾਣ ਤਿਆਗ ਗਏ, ਪਰ ਮੇਰੇ ਪਤੀ ਨੇ ਦੂਜੇ ਦਿਨ ਅੰਮ੍ਰਿਤ ਵੇਲੇ ਜਾ ਕੇ ਸ਼ਹੀਦੀ ਪਾਈ। ਸਵਾਲ, ਗੱਡੀ ਥੱਲੇ ਆਉਣ ਤੇ ਸ਼ਹੀਦੀ ਦੇ ਵਿਚਕਾਰਲੇ ਸਮੇਂ ਦੀ ਕੋਈ ਗੱਲ ਦੱਸੋ। ਜਵਾਬ, ਮੈਂ ਜਦ ਉਹਨਾਂ ਦੇ ਜ਼ਖਮੀ ਹੋਣ ਪਿੱਛੋਂ ਉਹਨਾਂ ਨੇੜੇ ਜਾਣ ਲੱਗੀ ਤਾਂ ਉਹਨਾਂ ਪਹਿਲਾਂ ਕਿਹਾ ਕਿ ਮੇਰੀ ਪਤਨੀ ਏ, ਤਾਂ ਰੋ ਕੇ ਨਾ ਹੀ, ਸਗੋਂ ਖੁਸ਼ ਹੋ ਕੇ ਮੈਂ ਸਿੱਖੀ ਦੀ ਪ੍ਰੀਖਿਆ ਵਿੱਚੋਂ ਪਾਸ ਹੋ ਕੇ ਜਾ ਰਿਹਾ ਹਾਂ। ਉਹਨਾਂ ਦੇ ਜਬਾੜੇ ਨੂੰ ਇੱਕ ਪਾਸਿਓਂ ਪਾੜ ਪੈ ਗਿਆ ਸੀ ਤੇ ਮੱਥੇ ਤੇ ਬੜੀ ਸਖਤ ਸੱਟ ਸੀ। ਉਹ ਆਪ ਅਕਾਲ ਪੁਰਖ ਦਾ ਧੰਨਵਾਦ ਕਰਦੇ ਰਹੇ ਕਿ ਉਹਨਾਂ ਨੇ ਪ੍ਰਸ਼ਾਦ ਛਕਾਉਣ ਦਾ ਪ੍ਰਣ ਪੂਰਾ ਕਰ ਲਿਆ ਹੈ। ਤੁਸੀਂ ਹੈਰਾਨ ਹੋਵੋਗੇ ਕਿ ਇਤਨੇ ਸਖਤ ਜ਼ਖਮੀ ਹੋਣ ਦੇ ਬਾਵਜੂਦ ਉਹਨਾਂ ਨੇ ਸ਼ਹੀਦੀ ਤੋਂ ਕੁਝ ਸਮਾਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਪੂਰਾ ਆਪ ਕੀਤਾ। ਸਵਾਲ, ਸ਼ਹੀਦ ਪ੍ਰਤਾਪ ਸਿੰਘ ਜੀ ਦੇ ਜੀਵਨ ਦੀ ਕੋਈ ਗੱਲ ਦੱਸੋ। ਉਹਨਾਂ ਦੀ ਉਮਰ ਕਿੰਨੀ ਕੁ ਸੀ। ਜਵਾਬ, ਸ਼ਹੀਦੀ ਸਮੇਂ ਉਹਨਾਂ ਦੀ ਉਮਰ 24-25 ਸਾਲ ਦੀ ਹੋਵੇਗੀ। ਸਾਡਾ ਵਿਆਹ ਹੋਇਆ 4 ਸਾਲ ਹੀ ਹੋਏ ਸਨ। ਉਹ ਫੌਜ ਵਿੱਚ ਸਨ, ਜਿੱਥੇ ਕਾਲੀ ਪਗੜੀ ਬੰਨ੍ਹਣ ਤੇ ਉਹਨਾਂ ਨੂੰ ਸਾਹਿਬ ਗੁੱਸੇ ਹੋਇਆ ਤੇ ਉਹਨਾਂ ਨੌਕਰੀ ਛੱਡ ਦਿੱਤੀ। ਰਾਵਲਪਿੰਡੀ ਆ ਕੇ ਰਹਿਣ ਲੱਗ ਪਏ। ਪੰਜਾ ਸਾਹਿਬ ਗੁਰਦੁਆਰਾ ਮਹੰਤਾਂ ਤੋਂ ਆਜ਼ਾਦ ਕਰਾਉਣ ਜਾਣ ਵਾਲੇ ਜਥੇ ਦੇ ਉਹ ਮੋਹਰੀ ਸਨ। ਗੁਰਦੁਆਰੇ ਦਾ ਕਬਜ਼ਾ ਲੈ ਕੇ ਉਹਨਾਂ ਨੂੰ ਪਹਿਲਾਂ ਮੈਨੇਜਰ ਸੈਕਟਰੀ ਲਾਇਆ ਗਿਆ। ਬਿਨਾਂ ਤਨਖਾਹ ਤੋਂ ਉਹ ਸੇਵਾ ਕਰਦੇ ਰਹੇ। ਅਸੀਂ ਇਸ ਸਮੇਂ ਸਾਰੇ ਜੇਵਰ ਵੇਚ ਕੇ ਸਮਾਂ ਬਿਤਾਇਆ। ਜਦ ਉਹਨਾਂ ਸ਼ਹੀਦੀ ਪਾਈ ਉਸ ਸਮੇਂ ਵੀ ਉਹ ਪ੍ਰਬੰਧਕ ਸਨ। ਸਾਡਾ ਪਹਿਲਾ ਲੜਕਾ ਹੋਇਆ ਸੀ, ਜੋ 2 ਸਾਲ ਦਾ ਹੋ ਕੇ ਅਕਾਲ ਚਲਾਣਾ ਕਰ ਗਿਆ। ਉਹਦੀ ਮੌਤ ਤੇ ਮੇਰੇ ਸ਼ਹੀਦ ਪਤੀ ਨੇ ਅਕਾਲ ਪੁਰਖ ਦਾ ਭਾਣਾ ਮੰਨਣ ਦਾ ਸਬੂਤ ਦਿੱਤਾ। ਬਿਲਕੁਲ ਨਾ ਰੋਏ, ਸਗੋਂ ਵਾਜਿਆਂ ਨਾਲ ਉਹਨੂੰ ਸੰਸਕਾਰ ਕਰਨ ਲਈ ਲੈ ਕੇ ਗਏ। ਦੂਜਾ ਬੱਚਾ ਉਹਨਾਂ ਦੀ ਸ਼ਹੀਦੀ ਤੋਂ ਕੁਝ ਮਹੀਨੇ ਪਿੱਛੋਂ ਹੋਇਆ। ਉਹ ਸਾਡੀ ਬੱਚੀ ਜੋਗਿੰਦਰ ਕੌਰ ਹੈ। ਇਸ ਗੱਲਬਾਤ ਸਮੇਂ ਬੀਬੀ ਜੋਗਿੰਦਰ ਕੌਰ ਕੋਲ ਹੀ ਬੈਠੀ ਸੀ। ਸਵਾਲ, ਇਸ ਸਾਰੇ ਸਾਕੇ ਦੀ ਕੋਈ ਹੋਰ ਵਿਸ਼ੇਸ਼ ਗੱਲ ਤੁਸੀਂ ਜਾਣਦੇ ਹੋ। ਜਵਾਬ, ਗੱਡੀ ਦਾ ਡਰਾਈਵਰ ਜ਼ਿਲ੍ਹਾ ਗੁਜਰਾਤ ਦਾ ਇੱਕ ਅਰਾਈ ਮੁਸਲਮਾਨ ਸੀ। ਮੈਨੂੰ ਉਹਦਾ ਨਾਮ ਯਾਦ ਨਹੀਂ ਰਿਹਾ। ਉਹਦੇ ਵਿਰੁੱਧ ਸਰਕਾਰ ਨੇ ਹਾਈ ਕੋਰਟ ਦੇ ਇੱਕ ਜੱਜ ਤੋਂ ਪੜਤਾਲ ਕਰਵਾਈ ਸੀ ਕਿ ਉਹਨੇ ਗੱਡੀ ਕਿਉਂ ਖੜੀ ਕੀਤੀ। ਉਸ ਡਰਾਈਵਰ ਦੇ ਜੱਜ ਦੇ ਸਾਹਮਣੇ ਦਿੱਤੇ ਬਿਆਨ ਬੜੇ ਇਤਿਹਾਸਕ ਮਹੱਤਤਾ ਵਾਲੇ ਹਨ। ਉਹਨੇ ਕਿਹਾ ਕਿ ਮੈਨੂੰ ਗੱਡੀ ਕਿਸੇ ਵੀ ਕੀਮਤ ਤੇ ਖੜੀ ਨਾ ਕਰਨ ਦਾ ਜ਼ਬਾਨੀ ਹੁਕਮ ਮਿਲਿਆ ਸੀ। ਮੈਂ ਉਸ ਹੁਕਮ ਅਨੁਸਾਰ ਗੱਡੀ ਖੜੀ ਨਹੀਂ ਕੀਤੀ ਤੇ ਪੂਰੀ ਰਫ਼ਤਾਰ ਨਾਲ ਲਿਜਾ ਰਿਹਾ ਸਾਂ। ਜਦ ਸ਼ਹੀਦ ਪ੍ਰਤਾਪ ਸਿੰਘ ਵਿੱਚ ਗੱਡੀ ਜਾ ਕੇ ਵੱਜੀ ਤਾਂ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਗੱਡੀ ਕਿਸੇ ਪਹਾੜ ਨਾਲ ਟਕਰਾਈ ਹੋਵੇ। ਫਿਰ ਮੇਰਾ ਹੱਥ ਵੈਕਮ ਤੋਂ ਛੁੱਟ ਗਿਆ ਤੇ ਗੱਡੀ ਖੜੀ ਹੋ ਗਈ। ਇੰਜਨ ਦੀ ਪੜਤਾਲ ਕਰਨ ਤੇ ਇਹੋ ਨਤੀਜਾ ਨਿਕਲਿਆ ਹੈ ਕਿ ਇਹਨੂੰ ਬ੍ਰੇਕ ਨਹੀਂ ਲੱਗੀ। ਮੈਨੂੰ ਤਾਂ ਇਉਂ ਲੱਗਾ ਜਿਵੇਂ ਕਿਸੇ ਗੁਪਤ ਤਾਕਤ ਨੇ ਆ ਕੇ ਗੱਡੀ ਰੋਕ ਦਿੱਤੀ ਹੋਵੇ। ਉਸ ਡਰਾਈਵਰ ਨੂੰ ਪਿੱਛੋਂ ਸਰਕਾਰ ਨੇ ਨੌਕਰੀ ਤੋਂ ਹਟਾ ਦਿੱਤਾ। ਉਹਦਾ ਬਿਆਨ ਦੱਸਦਾ ਹੈ ਕਿ ਸਤਿਗੁਰਾਂ ਦੀ ਅਪਾਰ ਸ਼ਕਤੀ ਨੇ ਉਸ ਸਮੇਂ ਗੱਡੀ ਰੋਕੀ। ਸ਼ਹੀਦ ਪ੍ਰਤਾਪ ਸਿੰਘ। ਸਰਦਾਰ ਪ੍ਰਤਾਪ ਸਿੰਘ ਜੀ ਦਾ ਜਨਮ ਜ਼ਿਲ੍ਹਾ ਗੁਜਰਾਂਵਾਲਾ ਦੇ ਸ਼ਹਿਰ ਅਕਾਲਗੜ੍ਹ ਵਿੱਚ 1898 ਈਸਵੀ ਦੇ ਸਤੰਬਰ ਦੀ 21 ਤਾਰੀਖ ਨੂੰ ਹੋਇਆ। ਆਪ ਦੇ ਪਿਤਾ ਦਾ ਨਾਮ ਸਰਦਾਰ ਸਰੂਪ ਸਿੰਘ ਤੇ ਮਾਤਾ ਦਾ ਨਾਮ ਪ੍ਰੇਮ ਕੌਰ ਸੀ। ਸ਼ੁਰੂ ਤੋਂ ਹੀ ਖਾਨਦਾਨੀ ਗੁਰੂ ਘਰ ਦੇ ਪਿਆਰ ਤੇ ਗੁਰਸਿੱਖੀ ਵਿੱਚ ਪੂਰੇ ਸਨ। ਬਚਪਨ ਤੋਂ ਹੀ ਸ਼ਹੀਦ ਸਾਹਿਬ ਦਾ ਸਿਤਾਰਾ ਬੜਾ ਤੇਜ਼ ਸੀ। ਜੋ ਵੀ ਮਹਾਤਮਾ ਜਾਂ ਪੰਡਿਤ ਦੇਖਦਾ ਉਹ ਇਹ ਹੀ ਕਹਿੰਦਾ ਸੀ ਕਿ ਇਹ ਜਾਂ ਤਾਂ ਬਾਦਸ਼ਾਹ ਹੋਵੇਗਾ ਜਾਂ ਫਕੀਰ। ਬਚਪਨ ਤੋਂ ਗੱਤਕੇ ਦਾ ਸ਼ੌਂਕ ਸੀ। ਜਿੱਥੇ ਵੀ ਕੋਈ ਦੇਸ਼ ਵਾਸਤੇ ਗੱਲ ਕਰਦਾ
ਸਭ ਤੋਂ ਅੱਗੇ ਵੱਧ ਕੇ ਹਿੱਸਾ ਲੈਂਦੇ। 10ਵੀਂ ਪਾਸ ਕੀਤੀ। ਇਹਨਾਂ ਦਾ ਭਾਈ ਸ਼ਿਮਲੇ ਵਿੱਚ ਆਰਮੀ ਹੈੱਡਕੁਆਰਟਰ ਵਿੱਚ ਸੀ। ਉਹਨਾਂ ਆਪਣੇ ਪਾਸ ਬੁਲਾ ਲਿਆ, ਕਿਉਂਕਿ ਸਭ ਨੂੰ ਡਰ ਸੀ ਕਿ ਕਿਧਰੇ ਇਹ ਪੋਲੀਟੀਕਲ ਕੰਮਾਂ ਵਿੱਚ ਹਿੱਸਾ ਨਾ ਲੈਣ ਲੱਗ ਪੈਣ। ਸੋ ਉੱਥੇ ਇਹਨਾਂ ਨੂੰ ਵੀ ਆਰਮੀ ਹੈੱਡਕੁਆਰਟਰ ਵਿੱਚ ਨੌਕਰ ਕਰਵਾ ਦਿੱਤਾ। 19 ਸਾਲ ਦੀ ਉਮਰ ਵਿੱਚ ਸ਼ਾਦੀ ਹੋਈ। ਧਰਮ ਪਤਨੀ ਦਾ ਨਾਮ ਹਰਨਾਮ ਕੌਰ ਸੀ, ਜਿਸ ਦੀ ਉਮਰ ਉਸ ਵੇਲੇ 15 ਸਾਲ ਦੀ ਸੀ। ਸ਼ਿਮਲੇ ਵਿੱਚ ਇੱਕ ਇਹਨਾਂ ਦਾ ਦੋਸਤ ਡਾਕਟਰ ਸੀ। ਉਸ ਦਾ ਲੜਕਾ 2 ਸਾਲ ਦਾ ਹੋ ਕੇ ਮਰ ਗਿਆ। ਉਸਨੇ ਕਿਸੇ ਨੂੰ ਰੋਣ ਨਾ ਦਿੱਤਾ ਤੇ ਪ੍ਰਮਾਤਮਾ ਦਾ ਭਾਣਾ ਮੰਨਿਆ। ਸ਼ਹੀਦ ਸਾਹਿਬ ਨੇ ਵੀ ਦਿਲ ਵਿੱਚ ਧਾਰ ਲਿਆ ਕਿ ਜੇ ਮੇਰੇ ਘਰ ਵਿੱਚ ਲੜਕਾ ਹੋਵੇ ਤੇ 2 ਸਾਲ ਦਾ ਮਰੇ, ਮੈਂ ਵੀ ਭਾਣਾ ਮੰਨਾਂਗਾ। ਸੋ ਮਹਾਰਾਜ ਨੇ ਲੜਕਾ ਦੇ ਦਿੱਤਾ। ਲੜਕਾ ਬਹੁਤ ਹੋਣਹਾਰ ਸੀ। ਇਸ ਦੌਰਾਨ ਵਿੱਚ ਇਹਨਾਂ ਦੀ ਤਬਦੀਲੀ ਰਾਵਲਪਿੰਡੀ ਹੋ ਗਈ। ਇਸ ਸਮੇਂ ਵਿੱਚ ਅਕਾਲੀ ਲਹਿਰ ਚੱਲੀ ਤੇ ਸਰਦਾਰ ਸਾਹਿਬ ਦਫ਼ਤਰ ਵਿੱਚ ਕਾਲੀ ਪਗੜੀ ਬੰਨ੍ਹ ਕੇ ਚਲੇ ਗਏ। ਅੰਗਰੇਜ਼ ਅਫਸਰ ਸੀ। ਉਸਨੇ ਕਿਹਾ ਕਿ ਮਿਸਟਰ ਸਿੰਘ ਕਾਲੀ ਪੱਗ ਦਫ਼ਤਰ ਵਿੱਚ ਬੰਨ੍ਹ ਕੇ ਨਹੀਂ ਆ ਸਕਦੇ। ਸ਼ਹੀਦ ਪ੍ਰਤਾਪ ਸਿੰਘ ਦੀ ਉਸ ਨਾਲ ਬਹਿਸ ਹੋ ਗਈ। ਉਸਨੇ ਕਿਹਾ ਕਿ ਕਾਲੀ ਪਗੜੀ ਨਹੀਂ ਲਾਹੋਗੇ ਤਾਂ ਤੁਹਾਨੂੰ ਅਸਤੀਫਾ ਦੇਣਾ ਪਵੇਗਾ। ਸਰਦਾਰ ਸਾਹਿਬ ਉਸੇ ਵਕਤ ਅਸਤੀਫਾ ਦੇ ਕੇ ਆ ਗਏ। ਉਸ ਤੋਂ ਪਹਿਲਾਂ ਥੋੜ੍ਹੀ ਦੇਰ ਜਲਿਆਂਵਾਲੇ ਬਾਗ ਦੇ ਅੰਦੋਲਨ ਵਿੱਚ ਹਿੱਸਾ ਲਿਆ ਸੀ। ਫਿਰ ਗੁਰਦੁਆਰਾ ਪੰਜਾ ਸਾਹਿਬ ਆਜ਼ਾਦ ਕਰਾਉਣ ਵਿੱਚ ਸਭ ਤੋਂ ਪਹਿਲਾਂ ਹਿੱਸਾ ਲਿਆ। ਉੱਥੇ ਜਾ ਕੇ ਪੰਜਾ ਸਾਹਿਬ ਦੀ ਸੇਵਾ ਚੁੱਕ ਲਈ। ਥੋੜ੍ਹੀ ਦੇਰ ਮੈਨੇਜਰ ਦਾ ਕੰਮ ਕੀਤਾ। ਫਿਰ ਖਜ਼ਾਨਚੀ ਦਾ ਕੰਮ ਸੰਭਾਲਿਆ। 2 ਸਾਲ ਅਟੁੱਟ ਸੇਵਾ ਕੀਤੀ। ਸੂਟ ਆਦਿ ਸਾੜ ਕੇ ਖੱਦਰ ਦਾ ਚੋਲਾ ਪਹਿਨ ਲਿਆ। 1922 ਵਿੱਚ 1 ਜਨਵਰੀ ਨੂੰ ਬੱਚਾ ਵੀ 2 ਸਾਲ ਦਾ ਹੋ ਗਿਆ। ਨਾਲ ਦੀ ਗੁਆਂਢਣ ਦੇ ਬੱਚੇ ਨੇ ਪਤਾ ਦਿੱਤਾ ਕਿ ਉਹ ਉਬਲਦੇ ਪਾਣੀ ਵਿੱਚ ਸੜ ਕੇ ਮਰ ਗਿਆ ਹੈ। ਭਾਈ ਸਾਹਿਬ ਨੂੰ ਆਪਣਾ ਵਾਅਦਾ ਯਾਦ ਸੀ। ਉਸੇ ਵੇਲੇ ਬੈਂਡ ਬਾਜਾ ਵਜਾ ਕੇ ਉਸ ਦਾ ਜਲੂਸ ਕੱਢਿਆ ਗਿਆ ਤੇ ਸਭ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅੱਜ ਮਹਾਰਾਜ ਨੇ ਮੇਰਾ ਇਮਤਿਹਾਨ ਲਿਆ ਹੈ। ਉਹ ਆਪਣੇ ਵੱਲੋਂ ਕੋਸ਼ਿਸ਼ ਇਹ ਕਰਨਾ ਚਾਹੁੰਦੇ ਸਨ ਕਿ ਮੈਂ ਪਾਸ ਨਿਕਲਾਂ। 16 ਨਵੰਬਰ 1922 ਨੂੰ ਸਟੇਸ਼ਨ ਮਾਸਟਰ ਨੇ ਕਿਹਾ ਕਿ ਸਰਦਾਰ ਸਾਹਿਬ, ਤੁਸੀਂ ਬੜਾ ਚੰਗਾ ਕਿਹਾ ਹੈ ਕਿ ਅਸੀਂ ਸਿੱਖਾਂ ਨੂੰ ਭੋਜਨ ਛਕਾਉਣਾ ਹੈ। ਸੋ ਅੱਜ ਅਕਾਲੀ ਵੀਰਾਂ ਦੀ ਗੱਡੀ ਅਟਕ ਜੇਲ੍ਹ ਜਾ ਰਹੀ ਹੈ। ਜੇ ਭੋਜਨ ਛਕਾਉਣਾ ਹੋਵੇ ਤਾਂ ਸਵੇਰੇ 8:30 ਵਜੇ ਪਹੁੰਚ ਜਾਣਾ। ਸਵੇਰੇ 4 ਵਜੇ ਲੰਗਰ ਪਕਣਾ ਸ਼ੁਰੂ ਹੋਇਆ। 8 ਵਜੇ ਅਰਦਾਸ ਕੀਤੀ ਕਿ ਮਹਾਰਾਜ ਸਾਡੇ ਵੀਰ ਭੋਜਨ ਛਕਣ ਤੇ ਅਸੀਂ ਵਾਪਸ ਆਈਏ। ਉੱਥੇ ਬਾਊ ਨੇ ਕਿਹਾ ਕਿ ਹੁਕਮ ਆ ਗਿਆ ਹੈ ਕਿ ਗੱਡੀ ਖੜੀ ਨਹੀਂ ਹੋ ਸਕਦੀ, ਸੋ ਲੰਗਰ ਵਾਪਸ ਲੈ ਜਾਵੋ। ਸ਼ਹੀਦ ਸਾਹਿਬ ਨੇ ਕਿਹਾ ਕਿ ਅਸੀਂ ਅਰਦਾਸਾ ਸੁਧ ਕੇ ਆਏ ਹਾਂ, ਹੁਣ ਗੁਰੂ ਆਪੇ ਗੱਡੀ ਖਿਲਾਰੇਗਾ। ਲਾਈਨ ਤੇ ਬੈਠ ਗਏ। ਸੰਗਤਾਂ ਸਭ ਨਾਲ ਸਨ। ਗੱਡੀ ਆਈ ਤੇ ਕੁਝ ਬੰਦਿਆਂ ਦੇ ਉੱਤੋਂ ਲੰਘ ਕੇ ਰੁਕ ਗਈ। ਸਿੰਘਾਂ ਨੇ ਕੈਦੀ ਵੀਰਾਂ ਨੂੰ ਪ੍ਰਸ਼ਾਦ ਛਕਾਇਆ। ਸ਼ਹੀਦ ਸਰਦਾਰ ਪ੍ਰਤਾਪ ਸਿੰਘ ਆਪਣੀ ਜੀਵਨ ਯਾਤਰਾ ਇਉਂ ਸੰਪੂਰਨ ਕਰਕੇ ਚਲੇ ਗਏ, ਪਰ ਉਹਨਾਂ ਦਾ ਨਾਂ ਰਹਿੰਦੀ ਦੁਨੀਆ ਤੱਕ ਰਹੇਗਾ। ਸ਼ਹੀਦ ਸਰਦਾਰ ਕਰਮ ਸਿੰਘ। ਪੰਜਾ ਸਾਹਿਬ ਦੇ ਇਸ ਸ਼ਹੀਦੀ ਸਾਕੇ ਦੇ ਦੂਜੇ ਸ਼ਹੀਦ ਸਰਦਾਰ ਕਰਮ ਸਿੰਘ ਸਨ, ਜੋ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਹੰਤ ਭਾਈ ਭਗਵਾਨ ਸਿੰਘ ਜੀ ਦੇ ਸਪੁੱਤਰ ਸਨ। ਮਾਤਾ ਦਾ ਨਾਮ ਰੂਪ ਕੌਰ ਸੀ। ਆਪ 4 ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਪਹਿਲਾ ਨਾਮ ਸੰਤ ਸਿੰਘ ਸੀ, ਪਰ ਜਦੋਂ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਜਾ ਕੇ ਅੰਮ੍ਰਿਤਪਾਨ ਕਰ ਲਿਆ ਤਾਂ ਗੁਰਮਰਿਆਦਾ ਅਨੁਸਾਰ ਗੁਰੂ ਵਾਕ ਤੋਂ ਨਵਾਂ ਨਾਮ ਕਰਮ ਸਿੰਘ ਰੱਖ ਲਿਆ। ਪਿਤਾ ਭਾਈ ਭਗਵਾਨ ਸਿੰਘ ਬੜੇ ਗੁਰਮੁਖ, ਵਿਦਵਾਨ ਤੇ ਦੀਦਾਰੀ ਸਿੰਘ ਸਨ। ਮਹਾਰਾਜਾ ਪਟਿਆਲਾ ਨੇ ਉਹਨਾਂ ਨੂੰ ਪਟਿਆਲੇ ਸੱਦ ਲਿਆ ਤੇ ਇੱਥੇ ਗੁਰਮਤਿ ਪ੍ਰਚਾਰ ਕਰਵਾਇਆ। ਸਰਦਾਰ ਕਰਮ ਸਿੰਘ ਨੇ ਆਪਣੇ ਪਿਤਾ ਤੋਂ ਗੁਰਬਾਣੀ ਕੰਠ ਕੀਤੀ, ਕੀਰਤਨ ਸਿੱਖਿਆ ਤੇ ਕਥਾ ਕਰਨ ਵਿੱਚ ਵਿਸ਼ੇਸ਼ ਦਿਲਚਸਪੀ ਲਈ। ਇਸੇ ਲਈ ਪਿਤਾ ਦੀ ਥਾਂ ਸ੍ਰੀ ਕੇਸਗੜ੍ਹ ਸਾਹਿਬ ਦੇ ਮਹੰਤ ਬਣ ਗਏ। ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਭਾਈ ਕਰਮ ਸਿੰਘ ਨੇ ਆਪ ਮਹੰਤੀ ਛੱਡ ਦਿੱਤੀ ਤੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁਰਦ ਕਰ ਦਿੱਤਾ। ਫਿਰ ਸ੍ਰੀ ਅੰਮ੍ਰਿਤਸਰ ਆ ਗਏ ਤੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਪੰਥਕ ਸੇਵਾ ਨਿਭਾਉਣ ਲੱਗੇ। ਆਪ ਨੂੰ ਇਤਿਹਾਸਕ ਗੁਰ ਅਸਥਾਨਾਂ ਦੀ ਸੇਵਾ ਤੇ ਦਰਸ਼ਨ ਦੀਦਾਰੇ ਕਰਨ ਦੀ ਲਗਨ ਸੀ। ਇਸ ਲਈ ਨਨਕਾਣਾ ਸਾਹਿਬ ਤੋਂ ਹੋ ਕੇ ਪੰਜਾ ਸਾਹਿਬ ਪੁੱਜ ਗਏ ਤੇ ਉੱਥੇ ਕੀਰਤਨ ਦੀ ਸੇਵਾ ਕਰਨ ਲੱਗੇ। 31 ਅਕਤੂਬਰ 1922 ਈਸਵੀ ਨੂੰ
ਜਦੋਂ ਗੁਰੂ ਕੇ ਬਾਗ ਦੇ ਕੈਦੀ ਸਿੰਘਾਂ ਦੀ ਭਰੀ ਗੱਡੀ ਹਸਨ ਅਬਦਾਲ ਸਟੇਸ਼ਨ ਤੋਂ ਲੰਘਣੀ ਸੀ ਤਾਂ ਵੀਰ ਕੈਦੀਆਂ ਨੂੰ ਲੰਗਰ ਛਕਾਉਣ ਵਾਲਿਆਂ ਵਿੱਚ ਆਪ ਵੀ ਸਟੇਸ਼ਨ ਤੇ ਪਹੁੰਚੇ। ਸਗੋਂ ਸਵੇਰ ਦੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਪ੍ਰੇਰਨਾ ਕਰਕੇ ਸੰਗਤਾਂ ਨੂੰ ਸਟੇਸ਼ਨ ਤੇ ਲੈ ਆਏ। ਆਪ ਦੀ ਆਯੂ ਉਸ ਸਮੇਂ 30 ਕੁ ਸਾਲ ਦੀ ਸੀ ਤੇ ਧਰਮ ਪਤਨੀ 20 ਕੁ ਸਾਲ ਦੀ ਸੀ। ਉਸ ਦੇ ਕੋਈ ਬੱਚਾ ਨਹੀਂ ਸੀ। ਜਦ ਗੱਡੀ ਆਈ ਤੇ ਸਟੇਸ਼ਨ ਮਾਸਟਰ ਨੇ ਸਿੱਧੇ ਰੁਕ ਲੰਘ ਜਾਣ ਲਈ ਸਿਗਨਲ ਦੇ ਦਿੱਤਾ ਤਾਂ ਸੰਗਤਾਂ ਰੇਲ ਪਟੜੀ ਤੇ ਬੈਠ ਗਈਆਂ। ਸਭ ਤੋਂ ਅੱਗੇ ਸਰਦਾਰ ਕਰਮ ਸਿੰਘ ਤੇ ਸਰਦਾਰ ਪ੍ਰਤਾਪ ਸਿੰਘ ਸਨ, ਜਿਨ੍ਹਾਂ ਦੇ ਇੰਜਨ ਥੱਲੇ ਆ ਜਾਣ ਨਾਲ ਰੇਲ ਗੱਡੀ ਰੁਕ ਗਈ ਤੇ ਸੰਗਤਾਂ ਨੇ ਲੰਗਰ ਛਕਾ ਲਿਆ। ਪਿੱਛੋਂ ਸ਼ਹੀਦਾਂ ਦੇ ਸਰੀਰ ਇੰਜਨ ਦੇ ਹੇਠੋਂ ਕੱਢੇ ਗਏ।